ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1110 ਦੇ ਅੰਕੀ ਸ਼ਬਦ ਦੀ ਵਿਆਖਿਆ ਕਰਨ ਜਾ ਰਹੇ ਹਾਂ। ਇਹ ਸੱਚੇ ਪਾਤਸ਼ਾਹ ਜੀ ਵਿਆਖਿਆ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਅਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਖਾਰੀ ਮਹੱਲਾ ਪਹਿਲਾ। ਤਾਰਾ ਚੜਿਆ ਲੰਮਾ, ਕਿਉਂ ਨਦਰ ਨਿਹਾਲਿਆ ਰਾਮ। ਜਿਸ ਮਨੁੱਖ ਉੱਤੇ ਕਿਉਂ ਨਦਰ ਨਿਹਾਲਿਆ ਰਾਮ। ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ, ਜਿਸ ਦੇ ਉੱਤੇ ਮਿਹਰ ਦੀ ਬਖਸ਼ਿਸ਼ ਕਰਦਾ ਹੈ, ਉਸ ਦੀ ਜ਼ਿੰਦਗੀ ਦੀ ਤਾਰਾ ਚੜਿਆ ਲੰਮਾ, ਉਸ ਦੀ ਜ਼ਿੰਦਗੀ ਦੀ ਹਨੇਰੀ ਰਾਤ ਵਿੱਚ ਰੂਹਾਨੀ ਖੁਸ਼ੀਆਂ ਵਾਲਾ ਲੰਮਾ ਤਾਰਾ ਚੜ੍ਹ ਜਾਂਦਾ ਹੈ। ਤਾਰਾ ਚੜਿਆ ਲੰਮਾ, ਇਸ ਵਿੱਚ ਤਾਰੇ ਇੱਕ ਸੰਕੇਤ ਰੂਪਕ ਵਜੋਂ ਵਰਤਿਆ ਗਿਆ ਹੈ। ਖੁਸ਼ੀ ਦੇ ਨਾਲ ਇਸ ਦਾ ਸੰਬੰਧ ਦੱਸਿਆ ਗਿਆ ਹੈ ਕਿ ਜਿਸ ਉੱਤੇ ਪਰਮਾਤਮਾ ਦੀ ਮਿਹਰ ਹੋ ਜਾਂਦੀ ਹੈ, ਉਸ ਦੀ ਜ਼ਿੰਦਗੀ ਵਿੱਚ ਆਤਮਿਕ ਖੁਸ਼ੀਆਂ ਵਾਲਾ ਲੰਮਾ ਤਾਰਾ ਚੜ੍ਹ ਜਾਂਦਾ ਹੈ। ਅੰਧੇਰੀ ਰਾਤ ਖਤਮ ਹੋ ਜਾਂਦੀ ਹੈ। ਸੇਵਕ ਪੂਰ ਕਰਮਾ, ਸਤਿਗੁਰ ਸ਼ਬਦ ਦਿਖਾਲਿਆ ਰਾਮ। ਸਤਿਗੁਰ ਸ਼ਬਦ ਦਿਖਾਲਿਆ ਰਾਮ। ਗੁਰੂ ਆਪਣੇ ਸ਼ਬਦ ਦੇ ਰਾਹੀਂ ਜਿਸ ਨੂੰ ਦਰਸ਼ਨ ਕਰਾ ਦਿੰਦਾ ਹੈ, ਆਪਣੇ ਸ਼ਬਦ ਦੇ ਰਾਹੀਂ ਜਿਸ ਨੂੰ ਉੱਚੀ ਮੱਤ ਬਖਸ਼ ਦਿੰਦਾ ਹੈ, ਸੋਝੀ ਬਖਸ਼ ਦਿੰਦਾ ਹੈ, ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਸੇਵਕ ਪੂਰ ਕਰਮਾ, ਉਸ ਸੇਵਕ ਦੇ ਪੂਰੇ ਭਾਗ ਜਾਗ ਪੈਂਦੇ ਹਨ। ਉਹ ਪੂਰੇ ਕਰਮਾਂ ਵਾਲਾ ਹੋ ਜਾਂਦਾ ਹੈ, ਉਸਦੇ ਭਾਗ ਹੀ ਜਾਗ ਪੈਂਦੇ ਹਨ। ਗੁਰੂ ਸ਼ਬਦ ਦਿਖਾਲਿਆ, ਸੱਚ ਸੰਭਾਲਿਆ, ਅਹਨਿਸ ਦੇਖ ਵਿਚਾਰਿਆ। ਜਿਸ ਮਨੁੱਖ ਨੂੰ ਗੁਰੂ ਦੇ ਸ਼ਬਦ ਦੀ ਬਖਸ਼ਿਸ਼ ਹੋਈ, ਉਸਨੇ ਪ੍ਰਭੂ ਨੂੰ ਪਛਾਣ ਲਿਆ ਹੈ। ਗੁਰ ਸ਼ਬਦ ਦਿਖਾ ਲਿਆ, ਸੱਚ ਸੰਭਾਲਿਆ, ਉਹ ਸਦਾ ਪਰਮਾਤਮਾ ਨੂੰ ਯਾਦ ਕਰਦਾ ਹੈ। ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਪਰਮਾਤਮਾ ਹੀ ਸੱਚ ਹੈ ਔਰ ਬਾਕੀ ਕਾਰਜ ਧੰਦੇ ਸਭ ਝੂਠ ਹਨ। ਉਹ ਪਰਮਾਤਮਾ ਨੂੰ ਹੀ ਯਾਦ ਕਰਦਾ ਹੈ। ਅਹਨਿਸ ਦੇਖ ਵਿਚਾਰਿਆ, ਉਹ ਦੇਖ ਕੇ ਉਸ ਦਾ ਚਿੰਤਨ ਕਰਦਾ ਹੈ, ਉਸ ਦੀ ਵਿਚਾਰ ਕਰਦਾ ਹੈ, ਉਸ ਦੀ ਸ਼ਲਾਘਾ ਕਰਦਾ ਹੈ ਹਰ ਟਾਈਮ। ਤਾਵਤ ਪੰਚ ਰਹੇ ਕਰ ਜਾਣਿਆ, ਕਾਮ ਕ੍ਰੋਧ ਬਿਖ ਮਾਰਿਆ। ਤਾਵਤ, ਜੋ ਉਸ ਦੇ ਅੰਦਰ ਪੰਜ ਵਿਕਾਰ ਭਜਦੇ ਰਹਿੰਦੇ ਸਨ, ਉਸਦੇ ਪੰਜੇ ਗਿਆਨ ਇੰਦਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਉਸਨੂੰ ਭਟਕਣਾ ਵਿੱਚ ਪਾਈ ਰੱਖਦੇ ਸਨ, ਉਹ ਭਟਕਣ ਤੋਂ ਹਟ ਜਾਂਦੇ ਹਨ। ਤਾਵਤ ਪੰਚ ਰਹੇ ਕਰ ਜਾਣਿਆ, ਕਾਮ ਕ੍ਰੋਧ ਬਿਖ ਮਾਰਿਆ, ਉਹ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ ਮੁਕਾ ਦਿੰਦਾ ਹੈ। ਇਹ ਸਾਰੇ ਵਿਕਾਰ ਉਸਦੇ ਮਰ ਜਾਂਦੇ ਹਨ। ਅੰਤਰ ਜੋਤ ਭਈ ਗੁਰ ਸਾਖੀ, ਚੀਨੇ ਰਾਮ ਕਰਮਾ। ਗੁਰੂ ਦੇ ਉਪਦੇਸ਼ ਦੇ ਨਾਲ ਉਸ ਦੇ ਅੰਦਰ ਰੱਬੀ ਜੋਤ ਪ੍ਰਗਟ ਹੋ ਜਾਂਦੀ ਹੈ। ਅੰਤਰ ਜੋਤ, ਇੱਕ ਰੱਬ ਦੀ ਰੂਹਾਨੀ ਨੂਰ ਹੋ ਜਾਂਦਾ ਹੈ, ਉਸ ਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ। ਅੰਤਰ ਜੋਤ ਭਈ ਗੁਰ ਸਾਖੀ, ਚੀਨੇ ਰਾਮ ਕਰਮਾ, ਉਹ ਪ੍ਰਭੂ ਦੇ ਕੌਤਕ ਵੇਖਦਾ ਹੈ, ਉਸਦੇ ਅਚਰਜ ਕੌਤਕ ਵੇਖਦਾ ਹੈ। ਰਾਮ ਕਰਮਾ, ਸੱਚੇ ਪਾਤਸ਼ਾਹ ਜੀ ਦੇ ਕੌਤਕ, ਉਹ ਕੀ ਉਹ ਲੀਲਾ ਖੇਡਦਾ ਹੈ, ਉਹ ਕੌਤਕ ਵੇਖਦਾ ਹੈ। ਨਾਨਕ ਹੋਮੇ ਪਾਰ ਪਤੀਨੇ, ਤਾਰਾ ਚੜਿਆ ਲੰਮਾ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਜਦੋਂ ਮਨੁੱਖ ਹੋਮੇ ਨੂੰ ਮੁਕਾ ਕੇ, ਨਾਨਕ ਹੋਮੇ ਨੂੰ ਮੁਕਾ ਕੇ ਸਬਰ ਸੰਤੋਖ ਵਾਲਾ ਜੀਵਨ ਅਪਣਾ ਲੈਂਦਾ ਹੈ, ਨਾਨਕ ਹੋਮੇ ਮਾਰ ਪਤੀਨੇ, ਤਾਰਾ ਚੜਿਆ ਲੰਮਾ, ਤਾਂ ਉਸ ਦੇ ਅੰਦਰ ਖੁਸ਼ੀਆਂ ਵਾਲਾ ਲੰਮਾ ਤਾਰਾ ਚੜ੍ਹ ਜਾਂਦਾ ਹੈ। ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਤਾਰਾ ਖੁਸ਼ੀਆਂ ਦੇ ਨਾਲ ਭਰਪੂਰ ਇੱਕ ਤਾਰਾ ਚੜ੍ਹ ਜਾਂਦਾ ਹੈ। ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ। ਗੁਰਮੁਖ ਜਾਗ ਰਹੇ ਚੂਕੀ ਅਭਿਮਾਨੀ ਰਾਮ। ਗੁਰਮੁਖ ਬੰਦੇ ਹਰ ਵੇਲੇ ਸੁਚੇਤ ਰਹਿੰਦੇ ਹਨ। ਜਾਗ ਰਹੇ, ਉਹ ਸੁਚੇਤ ਰਹਿੰਦੇ ਹਨ। ਗੁਰਮੁਖ ਬੰਦੇ ਹਰ ਟਾਈਮ ਸੁਚੇਤ ਰਹਿੰਦੇ ਹਨ, ਉਹਨਾਂ ਦਾ ਅਹੰਕਾਰ ਖਤਮ ਹੋ ਜਾਂਦਾ ਹੈ। ਚੂਕੀ ਅਭਿਮਾਨੀ ਰਾਮ, ਜੋ ਵੀ ਉਹਨਾਂ ਦੇ ਅੰਦਰ ਅਭਿਮਾਨ ਹੁੰਦਾ ਸੀ,
ਉਹ ਖਤਮ ਹੋ ਜਾਂਦਾ ਹੈ। ਅਨਦਿਨ ਭੋਰ ਪਿਆ ਸਾਚ ਸਮਾਨੀ ਰਾਮ। ਅਨਦਿਨ ਭੋਰ ਪਿਆ, ਉਹਨਾਂ ਦੇ ਅੰਦਰ ਹਰ ਰੋਜ਼ ਚਾਨਣ ਹੋਇਆ ਰਹਿੰਦਾ ਹੈ। ਅਨਦਿਨ ਭੋਰ ਭੋਰ ਚਾਨਣ ਹੋਇਆ ਰਹਿੰਦਾ ਹੈ। ਸਾਚ ਸਮਾਨੀ ਰਾਮ, ਤੇ ਉਹ ਹਰ ਵੇਲੇ ਉਸ ਸੱਚੇ ਪ੍ਰਭੂ ਦੀ ਯਾਦ ਵਿੱਚ ਲੀਨ ਰਹਿੰਦੇ ਹਨ। ਸਾਚ ਸਮਾਨੀ ਰਾਮ ਹਰ ਵੇਲੇ ਉਸ ਸੱਚੇ ਪ੍ਰਭੂ ਦੇ ਸਿਮਰਨ ਵਿੱਚ ਲੱਗੇ ਰਹਿੰਦੇ ਹਨ। ਸਾਚ ਸਮਾਨੀ ਗੁਰਮੁਖ ਮਨ ਭਾਨੀ, ਗੁਰਮੁਖ ਸਾਬਤ ਜਾਗੇ। ਸਾਚ ਸਮਾਨੀ, ਉਹ ਗੁਰਮੁਖ ਨਿਰੰਕਾਰ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਸਾਚ ਸਮਾਨੀ ਗੁਰਮੁਖ ਮਨ ਭਾਨੀ, ਉਹ ਪ੍ਰਭੂ ਦੇ ਮਨ ਨੂੰ ਪਿਆਰੇ ਲੱਗਦੇ ਹਨ। ਗੁਰਮੁਖ ਮਨ ਭਾਨੀ, ਪ੍ਰਭੂ ਦੇ ਮਨ ਨੂੰ ਪਿਆਰੇ ਲੱਗਦੇ ਹਨ। ਗੁਰਮੁਖ ਸਾਬਤ ਜਾਗੇ, ਉਹ ਸਦਾ ਹੀ ਸੁਚੇਤ ਰਹਿੰਦੇ ਹਨ। ਸਾਚ ਨਾਮ ਅੰਮ੍ਰਿਤ ਗੁਰ ਦੀਆ, ਹਰ ਚਰਨੀ ਲਿਵ ਲਾਗੇ। ਗੁਰੂ ਨੇ ਉਹਨਾਂ ਨੂੰ ਨਿਰੰਕਾਰ ਦਾ ਅੰਮ੍ਰਿਤ ਨਾਮ ਬਖਸ਼ਿਆ ਹੁੰਦਾ ਹੈ। ਸਾਚ ਨਾਮ ਅੰਮ੍ਰਿਤ ਗੁਰ ਦੀਆ, ਗੁਰੂ ਨੇ ਉਹਨਾਂ ਨੂੰ ਨਿਰੰਕਾਰ ਦਾ ਅੰਮ੍ਰਿਤ ਰੂਪੀ ਨਾਮ ਬਖਸ਼ਿਆ ਹੁੰਦਾ ਹੈ। ਉਹਨਾਂ ਦੀ ਲਿਵ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਹਰ ਚਰਨੀ ਲਿਵ ਲਾਗੇ, ਉਸਦੇ ਨਿਰੰਕਾਰ ਦੇ ਚਰਨਾਂ ਵਿੱਚ ਉਹਨਾਂ ਦੀ ਲਿਵ ਜੁੜੀ ਰਹਿੰਦੀ ਹੈ। ਪ੍ਰਗਟੀ ਜੋਤ ਜੋਤ ਮੈਂ ਜਾਤਾ, ਮਨਮੁਖ ਪਰਮ ਭੁਲਾਣੀ। ਗੁਰਮੁਖਾਂ ਦੇ ਅੰਦਰ ਰੱਬੀ ਜੋਤ ਦਾ ਚਾਨਣ ਹੋ ਜਾਂਦਾ ਹੈ। ਗੁਰਮੁਖਾਂ ਦੇ ਅੰਦਰ ਰੱਬੀ ਜੋਤ ਜਗਣ ਲੱਗ ਜਾਂਦੀ ਹੈ, ਉਸ ਦਾ ਚਾਨਣ ਹੋ ਜਾਂਦਾ ਹੈ, ਅੰਧੇਰਾ ਦੂਰ ਹੋ ਜਾਂਦਾ ਹੈ। ਉਹ ਸਭਨਾਂ ਵਿੱਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਪ੍ਰਗਟੀ ਜੋਤ ਜੋਤ ਮੈਂ ਜਾਤਾ, ਉਹ ਸਭਨਾਂ ਵਿੱਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਮਨਮੁਖ ਪਰਮ ਭੁਲਾਣੀ, ਪਰ ਮਨ ਦੇ ਅਧੀਨ ਰਹਿਣ ਵਾਲੇ ਮਨਮੁਖ ਬੰਦੇ, ਮਨਮੁਖ ਪਰਮ ਭੁਲਾਣੀ, ਪਰ ਮਨਮੁਖ ਬੰਦੇ ਵਹਿਮਾਂ ਭੁਲੇਖਿਆਂ ਵਿੱਚ ਹੀ ਫਸੇ ਰਹਿੰਦੇ ਹਨ। ਨਾਨਕ ਭੋਰ ਪਿਆ ਮਨ ਮਾਨਿਆ, ਜਾਗਤ ਰਹਿਣ ਵਿਹਾਣੀ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਜਦੋਂ ਅੰਦਰ ਚਾਨਣ ਹੋ ਜਾਂਦਾ ਹੈ, ਨਾਨਕ ਭੋਰ ਪਿਆ, ਜਦੋਂ ਅੰਦਰ ਚਾਨਣ ਹੋ ਜਾਂਦਾ ਹੈ ਅੰਦਰੋਂ, ਉਸ ਨਿਰੰਕਾਰ ਨੇ ਜਦੋਂ ਸਾਨੂੰ ਖੁਸ਼ੀ ਰੂਪੀ ਚਾਨਣ ਕਰ ਦਿੱਤਾ ਹੈ, ਸਾਡਾ ਮਨ ਸੰਤੁਸ਼ਟ ਹੋ ਗਿਆ ਹੈ, ਸਾਡਾ ਮਨ ਬਹੁਤ ਖੇੜੇ ਵਿੱਚ ਆ ਗਿਆ ਹੈ, ਤਾਂ ਮਨ ਬਹੁਤ ਪ੍ਰਸੰਨ ਹੋ ਜਾਂਦਾ ਹੈ। ਮਨ ਮਾਨਿਆ, ਮਨ ਬਹੁਤ ਪ੍ਰਸੰਨ ਹੋ ਜਾਂਦਾ ਹੈ। ਜਾਗਤ ਰਹਿਣ ਵਿਹਾਣੀ, ਤੇ ਸਾਰੀ ਉਮਰ ਸੁਚੇਤ ਹੋ ਕੇ ਬੀਤਦੀ ਹੈ, ਤੇ ਸਾਰੀ ਉਮਰ ਸੁਚੇਤ ਹੋ ਕੇ ਬੀਤਦੀ ਹੈ। ਸੁਚੇਤ ਹੋ ਕੇ ਕਿਸ ਤਰ੍ਹਾਂ ਕਿ ਅਸੀਂ ਫਿਰ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬਦੇ ਨਹੀਂ, ਅਸੀਂ ਸੁੱਤੇ ਨਹੀਂ ਰਹਿੰਦੇ, ਆਪਣੀ ਉਮਰ ਸੁੱਤਿਆਂ ਨਹੀਂ ਗਵਾ ਦਿੰਦੇ। ਅਸੀਂ ਉੱਠਦੇ ਹਾਂ, ਅੰਮ੍ਰਿਤ ਵੇਲੇ ਉੱਠਦੇ ਹਾਂ, ਗੁਰਬਾਣੀ ਦਾ ਜਾਪ ਕਰਦੇ ਹਾਂ, ਅਸੀਂ ਸੁਚੇਤ ਰਹਿੰਦੇ ਹਾਂ, ਸਾਡੀ ਉਮਰ ਸੁਚੇਤ ਹੋ ਕੇ ਬੀਤਦੀ ਹੈ। ਅਸੀਂ ਇਹ ਮਨੁੱਖਾ ਜਨਮ ਐਵੇਂ ਖੋਟਿਆਂ ਨਹੀਂ ਗਵਾਉਂਦੇ, ਅਸੀਂ ਉਸ ਨਿਰੰਕਾਰ ਦੀ ਭਗਤੀ ਵਿੱਚ ਲੀਨ ਹੁੰਦੇ ਹਾਂ ਅਤੇ ਆਪਣੇ ਮਨ ਨੂੰ ਵੀ ਸ਼ਾਂਤੀ ਹੁੰਦੀ ਹੈ ਅਤੇ ਸਾਡੀ ਇੱਕ ਆਨੰਦਿਕ ਖੇੜਾ ਅਸੀਂ ਮਹਿਸੂਸ ਕਰਦੇ ਹਾਂ। ਔਗੁਣ ਵਿਸਰਿਆ ਗੁਣੀ ਕਰ ਕੀਆ ਰਾਮ। ਜੋ ਗੁਣਾਂ ਨੂੰ ਅੰਦਰ ਟਿਕਾ ਲੈਂਦਾ ਹੈ, ਉਸਦੇ ਔਗੁਣ ਦੂਰ ਹੋ ਜਾਂਦੇ ਹਨ। ਔਗੁਣ ਵਿਸਰਿਆ, ਔਗੁਣ ਦੂਰ ਹੋ ਜਾਂਦੇ ਹਨ। ਗੁਣੀ ਕਰ ਕੀਆ ਰਾਮ, ਜੋ ਉਸਦੇ ਅੰਦਰ ਗੁਣਾਂ ਦੀ ਖਾਨ ਭਰ ਜਾਂਦੀ ਹੈ। ਜੋ ਗੁਣਾਂ ਨੂੰ ਅੰਦਰ ਟਿਕਾ ਲੈਂਦੇ ਹਨ, ਔਗੁਣ ਸਾਰੇ ਦੂਰ ਹੋ ਜਾਂਦੇ ਹਨ। ਏਕੋ ਰਵ ਰਹਿਆ ਅਵਰ ਨਾ ਬੀਆ ਰਾਮ। ਉਹਨਾਂ ਨੂੰ ਜਾਪਦਾ ਹੈ ਕਿ ਹਰ ਥਾਂ ਪਰਮਾਤਮਾ ਵਸ ਰਿਹਾ ਹੈ। ਏਕੋ ਰਵ ਰਿਹਾ ਹੈ, ਹਰ ਥਾਂ ਪਰਮਾਤਮਾ ਹੀ ਵਸ ਰਿਹਾ ਹੈ। ਅਵਰ ਨਾ ਬੀਆ ਰਾਮ, ਹੋਰ ਕੋਈ ਵੱਡੀ ਤਾਕਤ ਨਹੀਂ ਵਰਤਦੀ, ਹੋਰ ਕੋਈ ਵੀ ਵੱਡੀ ਤਾਕਤ ਨਹੀਂ ਵਰਤਦੀ। ਰਵ ਰਹਿਆ ਸੋਈ ਅਵਰ ਨਾ ਕੋਈ, ਮਨ ਹੀ ਤੇ ਮਨ ਮਾਨਿਆ। ਉਹਨਾਂ ਨੂੰ ਲੱਗਦਾ ਹੈ ਕਿ ਪਰਮਾਤਮਾ ਹੀ ਹਰ ਥਾਂ 'ਤੇ ਮੌਜੂਦ ਹੈ, ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ ਉਹਨਾਂ ਨੂੰ, ਅਤੇ ਉਹਨਾਂ ਦਾ ਮਨ ਪ੍ਰਸੰਨ ਹੋ ਜਾਂਦਾ ਹੈ। ਮਨ ਹੀ ਤੇ ਮਨ ਮਾਨਿਆ, ਅਤੇ ਮਨ ਪ੍ਰਸੰਨ ਹੋ ਜਾਂਦਾ ਹੈ। ਜਿਨ ਜਲਥਲ ਤ੍ਰਿਭਵਨ ਘਟ ਘਟ ਥਾਪਿਆ, ਸੋ ਪ੍ਰਭ ਗੁਰਮੁਖ
ਜਾਣਿਆ। ਜਿਸ ਨੇ ਜਲ ਥਲ ਸਭ ਪੈਦਾ ਕੀਤੇ ਹਨ ਤੇ ਹਰ ਭਵਨ, ਤਿੰਨੇ ਭਵਨ ਬਣਾਏ ਹਨ, ਹਰੇਕ ਸਰੀਰ ਬਣਾਇਆ ਹੈ, ਉਸ ਪ੍ਰਭੂ ਨੂੰ ਗੁਰਮੁਖ ਨੇ ਸਮਝਿਆ ਹੈ। ਜਦੋਂ ਉਸ ਦੀ ਮਿਹਰ ਹੋ ਜਾਂਦੀ ਹੈ ਤਾਂ ਉਸ ਪ੍ਰਭੂ ਨੂੰ ਗੁਰਮੁਖ ਨੇ ਸਮਝ ਲਿਆ ਹੈ। ਕਰਨ ਕਾਰਨ ਸਮਰੱਥ ਅਪਾਰਾ, ਤ੍ਰਿਬਿਧ ਮੇਟ ਸਮਾਈ। ਜੋ ਸਾਰੇ ਜਗਤ ਦਾ ਮੂਲ ਹੈ, ਸਭ ਕਰਨ ਕਰਾਉਣ ਵਿੱਚ ਸਮਰੱਥ ਹੈ। ਸਭ ਕੁਝ ਉਹੀ ਕਰਨ ਵਾਲਾ ਹੈ। ਕਰਨ ਕਾਰਨ ਸਮਰੱਥ ਅਪਾਰਾ, ਤ੍ਰਿਬਿਧ ਮੇਟ ਸਮਾਈ। ਉਹ ਬੇਅੰਤ ਹੈ। ਉਸ ਤਿੰਨ ਗੁਣਾਂ ਵਾਲੀ ਮਾਇਆ ਦਾ ਪ੍ਰਭਾਵ ਵੀ ਉਸਨੇ ਖਤਮ ਕਰ ਦਿੱਤਾ ਹੈ। ਤ੍ਰਿਬਿਧ ਮੇਟ ਸਮਾਈ, ਮਾਇਆ ਦਾ ਪ੍ਰਭਾਵ ਵੀ ਉਸਨੇ ਖਤਮ ਕਰ ਦਿੱਤਾ ਹੈ। ਨਾਨਕ ਅਵਗੁਣ ਗੁਣੇ ਸਮਾਣੇ, ਐਸੀ ਗੁਰਮਤਿ ਪਾਈ। ਉਸ ਜੀਵ, ਨਾਨਕ ਜੀ ਫਰਮਾਉਂਦੇ ਹਨ, ਗੁਰੂ ਪਾਸੋਂ ਉਹ ਅਜਿਹੀ ਮੱਤ ਹਾਸਲ ਕਰ ਲੈਂਦਾ ਹੈ। ਨਾਨਕ ਅਵਗੁਣ ਗੁਣੇ ਸਮਾਣੇ, ਐਸੀ ਮੱਤ ਹਾਸਲ ਕਰ ਲੈਂਦਾ ਹੈ ਕਿ ਉਸਦੇ ਸਾਰੇ ਔਗੁਣ ਗੁਣਾਂ ਵਿੱਚ ਸਮਾ ਜਾਂਦੇ ਹਨ। ਨਾਨਕ ਅਵਗੁਣ ਗੁਣੇ ਸਮਾਣੇ, ਅਵਗੁਣ ਸਾਰੇ ਉਸਦੇ ਖਤਮ ਹੋ ਜਾਂਦੇ ਹਨ ਤੇ ਉਹ ਉਸਦੇ ਅੰਦਰ ਗੁਣ ਹੀ ਗੁਣ ਭਰਪੂਰ ਹੋ ਜਾਂਦੇ ਹਨ। ਉਸਨੂੰ ਐਸੀ ਮੱਤ, ਐਸੀ ਗੁਰਮਤਿ ਪਾਈ, ਉਹਨੂੰ ਗੁਰੂ ਪਾਸੋਂ ਅਜਿਹੀ ਮੱਤ ਹਾਸਿਲ ਕਰ ਲੈਂਦਾ ਹੈ। ਆਵਨ ਜਾਣ ਰਹੇ ਚੂਕਾ ਭੋਲਾ ਰਾਮ, ਉਸ ਜੀਵ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਉਹ ਆਵਾਗਮਨ ਦੇ ਚੱਕਰਾਂ ਚੋਂ ਮੁਕਤ ਹੋ ਜਾਂਦਾ ਹੈ। ਉਸਦੀ ਭਟਕਣਾ ਖਤਮ ਹੋ ਜਾਂਦੀ ਹੈ। ਆਵਾਗਮਨ ਜਾਣ ਰਹੇ ਚੂਕਾ ਭੋਲਾ ਰਾਮ, ਉਸਦਾ ਇਹ ਚੱਕਰ ਖਤਮ ਹੋ ਜਾਂਦਾ ਹੈ। ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ, ਤੇ ਉਸਦੇ ਸਾਰੇ ਗਮ, ਸਾਰੇ ਦੁੱਖ ਕਲੇਸ਼ ਖਤਮ ਹੋ ਜਾਂਦੇ ਹਨ। ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ, ਉਸਦਾ ਜੀਵਨ ਹੀ ਸਫਲ ਹੋ ਜਾਂਦਾ ਹੈ। ਉਸਦੇ ਹਉਮੈ ਦੂਰ ਹੋ ਜਾਂਦੇ ਹਨ ਤੇ ਉਹ ਸਾਰੇ ਸੰਸਾਰ ਵਿੱਚ ਨਾਮਣਾ ਪਾਉਂਦਾ ਹੈ, ਇੱਜ਼ਤ ਪਾਉਂਦਾ ਹੈ। ਸਾਰੇ ਸੰਸਾਰ ਵਿੱਚ ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ, ਤੇ ਸਾਰੇ ਸੰਸਾਰ ਵਿੱਚ ਉਸਨੂੰ ਇੱਜ਼ਤ ਹੀ ਮਿਲਦੀ ਹੈ। ਹਉਮੈ ਗੁਰ ਖੋਈ ਪ੍ਰਗਟ ਹੋਈ, ਚੁਕੇ ਸੋਗ ਸੰਤਾਪੇ। ਉਸਦੇ ਸਾਰੇ ਗਮ, ਸਾਰੇ ਦੁੱਖ ਕਲੇਸ਼ ਮੁੱਕ ਜਾਂਦੇ ਹਨ। ਉਸਦਾ ਹਉਮੈ ਵੀ ਦੂਰ ਹੋ ਜਾਂਦਾ ਹੈ, ਉਸਦੇ ਸਾਰੇ ਦੁੱਖ ਕਲੇਸ਼ ਵੀ ਖਤਮ ਹੋ ਜਾਂਦੇ ਹਨ। ਹਉਮੈ ਗੁਰ ਖੋਈ ਪ੍ਰਗਟ ਹੋਈ, ਚੁਕੇ ਸੋਗ ਸੰਤਾਪੇ, ਤੇ ਉਸਦੀ ਸੁਰਤ ਪਰਮਾਤਮਾ ਵਿੱਚ ਮਿਲੀ ਰਹਿੰਦੀ ਹੈ। ਉਸਦੀ ਸੁਰਤ ਪਰਮਾਤਮਾ ਵਿੱਚ ਹੀ ਮਿਲ ਜਾਂਦੀ ਹੈ। ਜੋਤੀ ਅੰਦਰ ਜੋਤ ਸਮਾਣੀ, ਆਪ ਪਛਾਤਾ ਆਪੇ। ਉਹ ਆਪਣੇ ਆਤਮਿਕ ਸਰੂਪ ਨੂੰ ਪਛਾਣ ਲੈਂਦਾ ਹੈ। ਉਹ ਆਪਣੇ ਆਪ ਪਛਾਤਾ ਆਪੇ, ਆਪਣੇ ਆਤਮਿਕ ਸਰੂਪ ਨੂੰ ਪਛਾਣ ਲੈਂਦਾ ਹੈ ਅਤੇ ਜੋਤੀ ਅੰਦਰ ਜੋਤ ਸਮਾਣੀ, ਤੇ ਉਸਦੀ ਸੁਰਤ ਪਰਮਾਤਮਾ ਵਿੱਚ ਹੀ ਮਿਲ ਜਾਂਦੀ ਹੈ। ਜੋਤੀ ਅੰਦਰ ਜੋਤ ਸਮਾਣੀ, ਉਸਦੀ ਲਿਵ ਉਸ ਸੱਚੇ ਪਾਤਸ਼ਾਹ ਨਾਲ ਜੁੜੀ ਰਹਿੰਦੀ ਹੈ। ਪੇੜੇ ਘਰ ਸ਼ਬਦ ਪਤੀਣੀ, ਸਾਹੁਰੜੇ ਪਿਰ ਪਾਣੀ। ਜਿਹੜੀ ਜੀਵ ਇਸਤਰੀ, ਇਸ ਸੰਸਾਰ ਨੂੰ ਪੇਕਾ ਘਰ ਦੱਸਿਆ ਗਿਆ ਹੈ, ਜਿਹੜੀ ਜੀਵ ਇਸਤਰੀ ਇਸ ਲੋਕ ਵਿੱਚ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਪੇੜੇ ਇੱਥੇ ਜਦੋਂ ਗੁਰੂ ਦੇ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਜਦੋਂ ਉਸ ਦਾ ਮੌਤ ਰੂਪੀ ਲਾੜਾ ਵਿਆਹੁਣ ਆਉਂਦਾ ਹੈ, ਜਦੋਂ ਉਹ ਪਰਮਾਤਮਾ ਦੀ ਦਰਗਾਹ 'ਤੇ ਜਾਂਦੀ ਹੈ, ਉਦੋਂ ਉਹ ਸਹੁਰੇ ਘਰ ਜਾਂਦੀ ਹੈ। ਜਦੋਂ ਉਸ ਦਾ ਇੱਕ ਤਰ੍ਹਾਂ ਨਾਲ ਜਦੋਂ ਅਸੀਂ ਬਾਣੀ ਵਿੱਚ ਕਹਿੰਦੇ ਕਿ ਮੌਤ ਰੂਪੀ ਲਾੜਾ ਵਿਆਹੁਣ ਆਇਆ ਹੈ, ਜੋ ਪੇੜੇ ਇਸ ਸੰਸਾਰ ਵਿੱਚ ਸ਼ਬਦ ਕਮਾਈ ਕਰਦੀ ਹੈ, ਪਰ ਜਦੋਂ ਉਸਦੀ ਜਿੰਦ ਜਾਨ ਮੁੱਕ ਜਾਂਦੀ ਹੈ, ਇਹ ਨਾਸ਼ਵਾਨ ਸਰੀਰ ਖਤਮ ਹੋ ਜਾਂਦਾ ਹੈ ਤੇ ਉਹ ਇੱਕ ਤਰ੍ਹਾਂ ਦੂਸਰੇ ਸਹੁਰੇ ਘਰ ਚਲੀ ਜਾਂਦੀ ਹੈ। ਪਰ ਉੱਥੇ ਉਸਨੂੰ ਉਹ ਸਾਰਿਆਂ ਦੇ ਮਨ ਭਾਉਂਦੀ ਹੈ, ਸਾਰਿਆਂ ਨੂੰ ਉਹ ਚੰਗੀ ਲੱਗਦੀ ਹੈ। ਕਿਉਂ ਚੰਗੀ ਲੱਗਦੀ ਹੈ? ਕਿਉਂਕਿ ਉਸਨੇ ਇੱਥੇ ਸ਼ਬਦ ਦੀ ਕਮਾਈ ਕੀਤੀ ਹੋਈ ਹੈ।
ਉਸਨੇ ਮਤਲਬ ਐਵੇਂ ਹੀ ਸਮਾਂ ਨਹੀਂ ਗਵਾਇਆ। ਉਸਨੇ ਇੱਥੇ ਸ਼ਬਦ ਦੀ ਕਮਾਈ ਕੀਤੀ ਹੈ ਅਤੇ ਉਹ ਪਰਮਾਤਮਾ ਦੇ ਦਰ 'ਤੇ ਵੀ ਸਭ ਨੂੰ ਪਸੰਦ ਆਉਂਦੀ ਹੈ। ਨਾਨਕ ਸਤਿਗੁਰ ਮੇਲ ਮਿਲਾਈ ਚੁਕੀ ਕਾਨ ਲੁਕਾਣੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ, ਜਿਸ ਜੀਵ ਇਸਤਰੀ ਨੂੰ ਗੁਰੂ ਪਰਮਾਤਮਾ ਨਾਲ ਮੇਲ ਦਿੰਦਾ ਹੈ, ਜਿਸ ਜੀਵ ਇਸਤਰੀ ਨੂੰ ਉਹ ਗੁਰੂ ਪਰਮਾਤਮਾ ਨਾਲ ਮੇਲ ਦਿੰਦਾ ਹੈ, ਨਾਨਕ ਸਤਿਗੁਰ ਮੇਲ ਮਿਲਾਈ, ਜਿਸ ਨੂੰ ਉਹ ਪਰਮਾਤਮਾ ਨਾਲ ਉਸ ਦਾ ਮੇਲ ਕਰਾ ਦਿੰਦਾ ਹੈ, ਚੁਕੀ ਕਾਨ ਲੁਕਾਣੀ, ਉਸ ਲਈ ਸੰਸਾਰ ਦੀ ਮੁਤਾਜੀ ਖਤਮ ਹੋ ਜਾਂਦੀ ਹੈ। ਉਹ ਸੰਸਾਰਿਕ ਕੰਮਾਂ ਦੀ ਕੋਈ ਮੁਤਾਜ ਨਹੀਂ ਰਹਿ ਜਾਂਦੀ, ਕਿਉਂਕਿ ਉਸਦੇ ਅੰਦਰ ਤਾਂ ਇੱਕ ਚਾਨਣ ਰੂਪੀ ਤਾਰਾ, ਜੋ ਇੱਕ ਲੰਮਾ ਤਾਰਾ ਚੜ੍ਹ ਜਾਂਦਾ ਹੈ, ਜੋ ਉਸਨੂੰ ਅੱਗੇ ਦਾ ਵੀ ਰਸਤਾ, ਜੋ ਸਪਸ਼ਟ ਰਸਤਾ ਉਸ ਪਰਮਾਤਮਾ ਨੂੰ ਮਿਲਣ ਦਾ ਦਿਖਾ ਦਿੰਦਾ ਹੈ, ਉਸਦੇ ਅੰਦਰ ਦੇ ਖੇੜੇ ਨੂੰ ਵਧਾ ਦਿੰਦਾ ਹੈ। ਉਸਦੇ ਸਾਰੇ ਸੋਗ, ਸੰਤਾਪ, ਹਉਮੈ, ਕਲੇਸ਼, ਦੁੱਖ ਸਭ ਦੂਰ ਹੋ ਜਾਂਦੇ ਹਨ ਔਰ ਉਹ ਆਤਮਿਕ ਰਸ ਨਾਲ ਭਰਪੂਰ ਹੋ ਜਾਂਦੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਉਹ ਇੱਥੇ ਇਸ ਦੁਨੀਆ ਵਿੱਚ, ਇਸ ਘਰ ਵਿੱਚ, ਪੇਕੇ ਘਰ ਵਿੱਚ ਅਗਰ ਉਹ ਜਿੰਦੜੀ ਆਈ ਹੈ, ਇਹ ਜਿੰਦ ਜਾਨ ਜੋ ਪ੍ਰਭੂ ਨੇ ਬਖਸ਼ੀ ਹੈ, ਇਸ ਘਰ ਵਿੱਚ ਵੀ ਅਸੀਂ ਸ਼ਬਦ ਦੀ ਕਮਾਈ ਕੀਤੀ ਹੈ। ਅਸੀਂ ਅਜਾਈਂ ਵਿਅਰਥ ਸਮਾਂ ਨਹੀਂ ਗਵਾਇਆ, ਅਸੀਂ ਸ਼ਬਦ ਦੀ ਕਮਾਈ ਕੀਤੀ ਹੈ। ਅਸੀਂ ਇਸ ਅਨਮੋਲ ਮਨੁੱਖੀ ਜੀਵਨ ਨੂੰ ਐਵੇਂ ਖੋਟਾ ਨਹੀਂ ਗਵਾਇਆ, ਸੋ ਕੇ ਨਹੀਂ ਗਵਾਇਆ, ਖਾ ਪੀ ਕੇ ਨਹੀਂ ਗਵਾ ਦਿੱਤਾ। ਅਸੀਂ ਉਸ ਦੀ ਸ਼ਬਦ ਦੀ ਕਮਾਈ ਭਰਪੂਰ ਕੀਤੀ ਹੈ। ਜਿਵੇਂ ਇਸ ਦੁਨੀਆ ਵਿੱਚ ਲੋਕ ਪੈਸੇ ਦੀ ਕਮਾਈ ਕਰਦੇ ਹਨ, ਉਹ ਇਸ ਦੁਨੀਆ ਲਈ ਵੱਡੇ ਰੁਤਬੇ ਵਾਲਾ ਹੋ ਜਾਂਦਾ ਹੈ, ਪਰ ਪਰਮਾਤਮਾ ਦੀ ਨਿਗਾਹ ਵਿੱਚ ਜਿਸ ਕੋਲ ਜ਼ਿਆਦਾ ਪੈਸਾ ਉਹ ਵੱਡੇ ਰੁਤਬੇ ਵਾਲਾ ਨਹੀਂ ਹੈ। ਉਸ ਦੀ ਨਿਗਾਹ ਵਿੱਚ ਉਹੀ ਵੱਡੇ ਰੁਤਬੇ ਵਾਲਾ ਹੈ ਜਿਸ ਨੇ ਸ਼ਬਦ ਰੂਪੀ ਕਮਾਈ ਕੀਤੀ ਹੈ। ਉਹ ਪਰਮਾਤਮਾ ਦੇ ਦਰ 'ਤੇ ਵੀ ਉਸ ਪਰਮਾਤਮਾ ਦੇ ਮਨ ਨੂੰ ਵੀ ਪਾਉਂਦਾ ਹੈ। ਫਿਰ ਉਸ ਦੇ ਲਈ ਇਹ ਸੰਸਾਰ ਦੀ ਸਾਰੀ ਮੁਤਾਜੀ ਖਤਮ ਹੋ ਜਾਂਦੀ ਹੈ, ਕਿਉਂਕਿ ਉਸ ਦੀ ਲਿਵ ਤਾਂ ਉਸ ਸੱਚੇ ਪਾਤਸ਼ਾਹ ਨਾਲ ਜੁੜ ਜਾਂਦੀ ਹੈ ਅਤੇ ਉਹ ਸਾਰੇ ਆਵਾਗਮਨ ਦੇ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਉਸ ਦਾ ਇਹ ਲੋਕ ਵੀ ਸੁਧਰ ਜਾਂਦਾ ਹੈ ਔਰ ਉਸ ਦਾ ਪਰਲੋਕ ਵੀ ਸੁਧਰ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।